ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਜਿਵੇਂ ਇੱਕ ਪੰਜਾਬ ਦੀ ਬੜੀ ਪੁਰਾਤਨ ਕਹਾਵਤ ਹੈ ਕਿ ਦੂਰੋਂ ਦੂਰੋਂ ਢੋਲ ਵੱਜਦੇ ਬੜੇ ਸੁਹਾਵਣੇ ਹੁੰਦੇ ਆ, ਪਰ ਅਗਰ ਇਹ ਢੋਲ ਕੰਨਾਂ ਦੇ ਨਜ਼ਦੀਕ ਵੱਜਣ ਤਾਂ ਫਿਰ ਕੰਨਾਂ ਦੇ ਪਰਦੇ ਜਿਹੜੇ ਆ ਇਹ ਪਾਟਣ ਦਾ ਖਦਸ਼ਾ ਬਣਿਆ ਰਹਿੰਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿੰਨੀਆਂ ਵੀ ਜੋ ਕਹਾਵਤਾਂ ਪੰਜਾਬ ਦੇ ਵਿੱਚ ਬੜੀਆਂ ਪੁਰਾਤਨ ਮਸ਼ਹੂਰ ਆ, ਇਹ ਸਾਰੀਆਂ ਕਹਾਵਤਾਂ ਨੂੰ ਸਾਡੇ ਸਿਆਣਿਆਂ ਨੇ, ਗੁਰਸਿੱਖਾਂ ਨੇ ਗੁਰਬਾਣੀ ਦੇ ਅੰਦਰ ਜਿਹੜੀ ਕਾਨੂੰਨ ਦੀ ਬਾਣੀ ਹੈ ਨਾ, ਉਹਦੇ ਵਿੱਚੋਂ ਕੱਢ ਕੇ ਮੁਹਾਵਰਿਆਂ ਦੇ ਰੂਪ ਦੇ ਵਿੱਚ ਵਰਤੇ ਆ, ਤਾਂ ਜੋ ਇਨਸਾਨ ਜਿਹੜਾ ਹੈ ਨਾ ਉਹ ਆਪਣੇ ਸਹੀ ਵਿਰਸੇ ਨਾਲ, ਸਹੀ ਤਰੀਕੇ ਨਾਲ ਇਸ ਗੱਲ ਨੂੰ ਸਮਝ ਸਕੇ। ਸੋ ਅੱਜ ਆਪਾਂ ਜਿਵੇਂ ਦੇਖਦੇ ਹਾਂ ਕਿ ਜੋ ਗੁਰਮਤਿ ਦੇ ਵਿੱਚ ਪੁਰਾਤਨ ਕਾਨੂੰਨ ਦੱਸੇ ਗਏ ਹੈ, ਇਹਨਾਂ ਕਾਨੂੰਨਾਂ ਦੇ ਆਧਾਰ ਦੇ ਉੱਤੇ ਅਗਰ ਇਨਸਾਨ ਜਿਹੜਾ ਚੱਲੇ ਤਾਂ ਸ਼ਾਇਦ ਦੁਨੀਆ ਦੇ ਅੰਦਰ ਕਿਸੇ ਤਰ੍ਹਾਂ ਦੇ ਕੋਈ ਵੀ ਹੌਸਪੀਟਲ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਸੀਗੀ, ਕਿਉਂਕਿ ਜਦੋਂ ਵੀ ਇਨਸਾਨ ਨੇ ਕੁਦਰਤ ਦੇ ਕਾਨੂੰਨ ਤੋੜੇ ਹਨ, ਇਹਨਾਂ ਕਾਨੂੰਨਾਂ ਤੋਂ ਬਾਅਦ ਫਿਰ ਇਨਸਾਨ ਨੂੰ ਜਿਹੜੀ ਮੁਸੀਬਤ ਝੱਲਣੀ ਪਈ ਆ ਉਹ ਅੱਜ ਇਹ ਇਨਸਾਨ ਹੀ ਜਾਣਦਾ ਹੈਗਾ। ਜਿਵੇਂ ਗੁਰਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਨੇ ਸਾਨੂੰ ਇਹ ਚੀਜ਼ ਜਿਹੜੀ ਹੈ ਨਾ ਦੱਸਣ ਦਾ ਜ਼ੋਰ ਕੀਤਾ ਗਿਆ ਹੈ ਕਿ ਜਿੱਥੇ ਸੰਸਾਰ ਦੇ ਵਿੱਚ ਆਪਸੀ ਪ੍ਰੇਮ, ਪਿਆਰ, ਭਾਈਚਾਰਾ, ਮਿੱਤਰਤਾ ਚਾਹੀਦੀ ਹੈ ਨਾ, ਪਰ ਇਹ ਆਪਸੀ ਪ੍ਰੇਮ, ਪਿਆਰ, ਭਾਈ ਮਿੱਤਰਤਾ ਦਾ ਜਿਹੜਾ ਸੰਬੰਧ ਹੈ ਨਾ, ਇਹ ਤਦੇ ਹੀ ਕਾਇਮ ਜਿਹੜਾ ਰਹਿ ਸਕਦਾ ਹੈ ਅਗਰ ਅਸੀਂ ਇੱਕ ਦੂਸਰੇ ਤੋਂ ਸਰੀਰਕ ਦੂਰੀ ਬਣਾ ਰੱਖੀਏ। ਭਾਵ ਕੀ ਆ, ਜਿੰਨੀ ਜ਼ਿਆਦਾ ਸਰੀਰਕ ਦੂਰੀ ਹੋਊਗੀ, ਜਿੰਨਾ ਸਾਡਾ ਸਰੀਰਕ ਮੇਲ ਮਿਲਾਪ ਘੱਟ ਹੋਊਗਾ, ਓਨਾ ਹੀ ਪਿਆਰ ਜ਼ਿਆਦਾ ਗੂੜਾ ਅਤੇ ਜ਼ਿਆਦਾ ਪਿਆਰਾ, ਜ਼ਿਆਦਾ ਡਾਢਾ ਲੱਗਦਾ ਹੈਗਾ। ਜਾਂ ਉਹ ਕਹਿ ਲਓ ਕਿ ਜਿਵੇਂ ਕੋਈ ਤੁਹਾਡਾ ਮਿੱਤਰ ਹੈਗਾ, ਅਗਰ ਤਾਂ ਤੁਸੀਂ ਉਹਨੂੰ ਬੜੇ ਦੇਰ ਬਾਅਦ ਦੇਖਦੇ ਆ ਅਤੇ ਹਰੇਕ ਦੇ ਮਨ 'ਚ ਆਉਂਦਾ ਹੈਗਾ ਕਿ ਇਹ ਜਿਹੜਾ ਪਿਆਰ ਵਾ ਜਦੋਂ ਤੁਹਾਨੂੰ ਮਿਲਦਾ ਹੈਗਾ ਅਤੇ ਇਹ ਈਦ ਦੇ ਚੰਦ ਵਰਗਾ ਹੁੰਦਾ ਹੈ। ਪਰ ਅਗਰ ਕੋਈ ਸੱਜਣ ਤੁਹਾਨੂੰ ਰੋਜ਼ ਆ ਕੇ ਮਿਲੇ ਤਾਂ ਫਿਰ ਮਨ ਦੇ ਵਿੱਚ ਉਹਦੇ ਪ੍ਰਤੀ ਜਿਹੜਾ ਪਿਆਰ ਵਾ ਨਾ ਉਹ ਫਿਰ ਨਾਮ ਮਾਤਰ ਹੀ ਰਹਿ ਜਾਂਦਾ। ਜਾਂ ਇਉਂ ਕਹਿ ਲਓ ਕਿ ਇਹ ਜਿਹੜਾ ਰੋਜ਼ ਰੋਜ਼ ਦਾ ਮਿਲਣਾ ਹੈਗਾ ਜਾਂ ਰੋਜ਼ ਰੋਜ਼ ਦਾ ਇੱਕ ਦੂਸਰੇ ਦੇ ਨਾਲ ਜਿਹੜੀ ਸਾਂਝ ਕਰਨੀ ਹੈਗੀ ਆ, ਇਹ ਵੀ ਹੈ ਨਾ ਇੱਕ ਦੂਸਰੇ ਦੇ ਉੱਤੇ ਬੋਝ ਬਣ ਜਾਂਦੀ ਹੈ। ਇਸ ਕਰਕੇ ਗੁਰਬਾਣੀ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਖੁਲਾਸਾ ਕਰਕੇ ਦੱਸਿਆ ਹੈਗਾ ਕਿ ਜਿੱਥੇ ਪਰਸ ਪਿਆਰ ਪ੍ਰੇਮ ਦੀ ਲੋੜ ਹੈ ਉੱਥੇ ਸਰੀਰਕ ਦੂਰੀ ਵੀ ਬੜੀ ਜ਼ਰੂਰੀ ਆ। ਪਰ ਜਿਵੇਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ ਕਿ ਜਿਵੇਂ ਕਰੋਨਾ ਨਾਂ ਦੀ ਬਿਮਾਰੀ ਨੇ ਪੂਰੇ ਸੰਸਾਰ ਨੂੰ ਆਪਣੇ ਡਰ, ਆਪਣੇ ਸਹਿਮ ਦੇ ਵਿੱਚ ਗ੍ਰਸ ਲਿਆ ਹੋਇਆ ਹੈ, ਅਤੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਅਖੀਰ ਇਨਸਾਨ ਨੇ ਇੱਕੋ ਇੱਕ ਤਰੀਕਾ ਕੱਢਿਆ ਹੈ, ਉਹ ਹੈ ਕੇਵਲ ਮਨੁੱਖ ਦਾ ਮਨੁੱਖ ਤੋਂ ਦੂਰੀ ਬਣਾਈ ਰੱਖਣੀ। ਅਗਰ ਮਨੁੱਖ ਤੋਂ ਦੂਰੀ ਬਣਾਈ ਰੱਖੇਗਾ ਤਾਂ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਇੱਕ ਦੂਸਰੇ ਦਾ ਜਿਹੜਾ ਬਚਾਅ ਨਾ ਉਹ ਸਹਿਜ ਦੇ ਵਿੱਚ ਹੋ ਸਕਦਾ ਹੈਗਾ। ਪਰ ਗੁਰਬਾਣੀ ਦੇ ਸਿਧਾਂਤ ਤਾਂ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੇ ਹੈਗੇ ਆ, ਇਹ ਜਿਹੜੇ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਦਿੱਤੇ ਗਏ ਆ ਕਿ ਕਿਵੇਂ ਸਿੰਘ ਜਦੋਂ ਇੱਕ ਦੂਸਰੇ ਨੂੰ ਪਰਸ ਪਿਆਰ ਪ੍ਰੇਮ ਦੇ ਵਿੱਚ ਮਿਲਦੇ ਸੀ ਤਾਂ ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਕਰਦੇ ਹੁੰਦੇ ਸੀਗੇ। ਇਸੇ ਤਰ੍ਹਾਂ ਜਦ ਗੁਰਬਾਣੀ ਦੇ ਪਾਠ ਕਰਨ ਲੱਗਿਆਂ ਆਪਣੇ ਮੂੰਹਾਂ ਨੂੰ ਕਿਵੇਂ ਜਿਹੜੇ ਗੁਰਸਿੱਖ ਸੱਜਣ ਸੀਗੇ ਪੂਰੀ ਤਰ੍ਹਾਂ ਕੱਜ ਕੇ ਗੁਰਬਾਣੀ ਦੇ ਪਾਠ ਕਰਦੇ ਰਹਿੰਦੇ ਸੀਗੇ। ਸੋ ਇਹ ਜਿਹੜੀਆਂ ਨਾ ਸਾਰੇ ਜੋ ਕਾਨੂੰਨ ਹੈ, ਦੇਗ ਵਰਤਾਉਣ ਦੇ ਕਾਨੂੰਨ ਹੈਗੇ, ਕਿਵੇਂ ਆਪਣੇ ਮੂੰਹ ਨੂੰ ਪੂਰੀ ਤਰ੍ਹਾਂ ਢੱਕ ਕੇ ਕਮਰ ਕੱਸਾ ਕਰਕੇ ਸਿੰਘ ਜਿਹੜੇ ਸੰਗਤ ਦੇ ਵਿੱਚ ਦੇਗ ਵਰਤਾਉਂਦੇ ਆ, ਇਸ ਤਰ੍ਹਾਂ ਸੰਗਤ ਦੇ ਵਿੱਚ ਇੱਕ ਦੂਸਰੇ ਨਾਲ ਥੋੜ੍ਹਾ ਥੋੜ੍ਹਾ ਬੈਲੈਂਸ ਬਣਾ ਕੇ ਬਹਿਣਾ ਵੀ ਇੱਕ ਦੂਸਰੇ ਵਾਸਤੇ ਬੜੀ ਜਿਹੜੀ ਹੈ ਨਾ ਸਹਾਇਤਾ ਕਰਦਾ ਹੈ, ਤਾਂ ਜੋ ਹਰੇਕ ਸੱਜਣ ਜਿਹੜਾ ਨਾ ਸਰੀਰਕ ਦੂਰੀ ਕਰਕੇ ਦੂਰ ਰਹੇਗਾ ਤਾਂ ਉਹ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈਗਾ। ਦੂਸਰਾ ਇਹ ਹੈ ਕਿ ਸਰੀਰਕ ਦੂਰੀ ਜਿੱਥੇ ਆਪਸੀ ਪ੍ਰੇਮ ਪਿਆਰ ਅਤੇ ਮੁਹੱਬਤ ਨੂੰ ਬਣਾਉਣ ਦੀ ਇੱਕ ਕੜੀ ਆ ਨਾ, ਉੱਥੇ ਹਰੇਕ ਮਰਮ ਦਾ, ਹਰੇਕ ਚੀਜ਼ ਦਾ ਇਲਾਜ ਜਿਹੜਾ ਹੈ ਨਾ ਇਹ ਸਹਿਜ ਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਦੇਖਦੇ ਹਾਂ। ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿਵੇਂ ਕਈ ਬਹੁਤ ਉੱਚੇ ਰੁਤਬੇ ਵਾਲੇ ਜਾਂ ਰਾਜਨੀਤਿਕ ਲੀਡਰ ਹੁੰਦੇ ਆ ਜਾਂ ਹੋਰ ਕੁਰਸੀ ਵਾਲੇ ਜਿਹੜੇ ਵੱਡੇ ਬੰਦੇ ਹੁੰਦੇ ਆ, ਹਰੇਕ ਕੋਈ ਚਾਹੁੰਦਾ ਕਿ ਉਹਦੇ ਨਾਲ ਸਾਡੀ ਜਿਹੜੀ ਨਾ ਸਾਂਝ ਜ਼ਿਆਦਾ ਹੋਵੇ। ਇਸ ਕਰਕੇ ਜਦੋਂ ਵੀ ਇਹਨਾਂ ਸੱਜਣਾਂ ਨੂੰ ਮੌਕਾ ਮਿਲਦਾ ਹੈਗਾ ਅਤੇ ਇਹੋ ਜਿਹੇ ਕੁਰਸੀ ਵਾਲੇ ਸੱਜਣਾਂ ਦੇ ਨਾਲ ਉਹ ਬੜਾ ਹੈ ਨਾ ਚਿਪਕ ਕੇ ਬੈਠ ਕੇ ਦੁਨੀਆ ਨੂੰ ਆਪਣੀ ਮਿੱਤਰਤਾ ਦਰਸਾਉਣ ਦਾ ਯਤਨ ਕਰਦੇ ਰਹਿੰਦੇ ਆ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿੰਨੇ ਵੀ ਆਦਮੀ ਅਮੀਰ ਹੈਗੇ ਆ, ਧਨ ਦੌਲਤ ਵਾਲੇ ਹੈ, ਉਹਦੇ ਨਾਲ ਹਰੇਕ ਇਨਸਾਨ ਮਿੱਤਰਤਾ ਪਾਉਣੀ ਚਾਹੁੰਦਾ, ਆਪਣੇ ਸਰੀਰ ਦੀ ਕਰੀਬੀ ਉਹਦੇ ਨਾਲ ਕਰਨੀ ਚਾਹੁੰਦਾ ਹੈਗਾ।
पर क्यों है? क्योंकि ये जिहड़ा सारा कुछ जो मित्रता हैगी आ, जो एक दूसरे नाल बहना हैगा जां किसी तरह की गलबात की सांझ रखनी हैगी आ, ਇਹਦਾ ਕੇਵਲ ਤੇ ਕੇਵਲ ਇੱਕੋ ਹੀ ਕਾਰਨ ਹੁੰਦਾ, ਉਹ ਹੁੰਦਾ ਹੈ ਇਨਸਾਨ ਦਾ ਸਵਾਰਥ ਜਾਂ ਇਨਸਾਨ ਦੀ ਗਰਜ। ਪਰ ਜਿਹੜੀ ਰੱਬ ਨਾਲ ਮਿੱਤਰਤਾ ਹੈ ਨਾ, ਇਹ ਰੱਬ ਨਾਲ ਮਿੱਤਰਤਾ ਗੁਰਮੁਖ ਪਿਆਰਿਆਂ ਦੇ ਵਿੱਚ ਜਿਹੜੀ ਹੈ ਨਾ, ਇਹ ਬਿਰਲਿਆਂ ਦੇ ਵਿੱਚ ਹੁੰਦੀ ਹੈ, ਬੜੀ ਸੁਭਾਵਿਕ ਹੁੰਦੀ ਹੈ। ਕਿਉਂਕਿ ਗੁਰਮੁਖ ਦੇ ਨਾਲ ਮਿੱਤਰਤਾ ਜਿਹੜੀ ਹੈ ਇਹ ਕੇਵਲ ਤੇ ਕੇਵਲ ਵਿਚਾਰਾਂ ਦੇ ਆਧਾਰ 'ਤੇ ਹੁੰਦੀ ਹੈ, ਨਾ ਕਿ ਸਰੀਰਾਂ ਦੇ ਆਧਾਰ ਦੇ ਉੱਤੇ। ਇਸ ਕਰਕੇ ਗੁਰਮੁਖ ਦਾ ਜਿਹੜਾ ਆਪਸੀ ਪ੍ਰੇਮ ਪਿਆਰ ਵਾ ਨਾ, ਉਹ ਜ਼ਿਆਦਾ ਦੁਨਿਆਵੀ ਪ੍ਰੇਮ ਪਿਆਰ ਦੇ ਨਾਲੋਂ ਨੰਬਰ 1 'ਤੇ ਹੁੰਦਾ ਹੈ, ਬਹੁਤ ਉੱਚਾ ਅਤੇ ਸੁੱਚਾ ਹੁੰਦਾ ਹੈ। ਕਿਉਂ ਗੁਰਮੁਖ ਦੇ ਪ੍ਰੇਮ ਪਿਆਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ, ਕੋਈ ਲੋਭ ਨਹੀਂ ਹੁੰਦਾ। ਪਰ ਦੁਨਿਆਵੀ ਜਿਹੜੀ ਮਿੱਤਰਤਾ ਖਾਸ ਕਰਕੇ ਸਰੀਰਾਂ ਦੀ ਇੱਕ ਦੂਸਰੇ ਦੇ ਨਜ਼ਦੀਕ ਹੋ ਕੇ ਬਹਿਣਾ, ਇਹ ਕੇਵਲ ਤੇ ਕੇਵਲ ਸਵਾਰਥ ਅਤੇ ਲੋਭ ਦੇ ਵਿੱਚੋਂ ਪੈਦਾ ਹੁੰਦੀ ਹੈ। ਸੋ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਸ ਚੀਜ਼ ਦੀ ਸਮਝ ਕਰਾਈ ਹੈਗੀ ਆ ਕਿ ਜਿਹੜੇ ਗੁਰਸਿੱਖ ਜਿਹੜੇ ਹਨ ਨਾ, ਜਿਨ੍ਹਾਂ ਦਾ ਸ਼ਬਦ ਦੇ ਨਾਲ ਸਨੇਹ ਹੈਗਾ, ਕੇਵਲ ਤੇ ਕੇਵਲ ਵਾਹਿਗੁਰੂ ਸ਼ਬਦ ਦੇ ਨਾਲ ਸਨੇਹ, ਜਾਂ ਇਉਂ ਕਹਿ ਲਓ ਕਿ ਜਿੱਥੇ ਦੋ ਗੁਰਸਿੱਖ ਆ, ਦੋਹਾਂ ਗੁਰਸਿੱਖਾਂ ਦੀ ਮਿੱਤਰਤਾ ਕੇਵਲ ਇਸ ਆਧਾਰ 'ਤੇ ਹੁੰਦੀ ਆ, ਉਹ ਹੈ ਗੁਰਬਾਣੀ ਦੀ ਵਿਚਾਰ ਦੀ ਸਾਂਝ। ਜਦੋਂ ਗੁਰਬਾਣੀ ਦੇ ਵਿਚਾਰ ਦੀ ਸਾਂਝ ਦੋ ਮਿੱਤਰਤਾ ਦੇ ਵਿੱਚ, ਦੋ ਗੁਰਸਿੱਖਾਂ ਦੇ ਵਿੱਚ ਸਹਿਜ ਦੇ ਵਿੱਚ ਆਪਸ ਵਿੱਚ ਮਿਲਦੀ ਹੈ, ਅਤੇ ਉਸ ਟਾਈਮ ਇੱਕ ਦੂਸਰੇ ਨਾਲ ਪਰਸ ਪਿਆਰ ਪ੍ਰੇਮ ਬਣਨਾ ਸੁਭਾਵਿਕ ਹੀ ਬਣ ਜਾਂਦਾ ਹੈਗਾ। ਇਹ ਜਿਹੜੀ ਹੈ ਨਾ ਵਿਚਾਰ ਦੀ ਸਾਂਝ ਹੈਗੀ ਆ, ਇਹ ਹੀ ਸਕੂਨ ਹੁੰਦੀ ਆ। ਇਹ ਦੋ ਗੁਰਮੁਖਾਂ ਦੀ ਮਿੱਤਰਤਾ ਇਸ ਤਰ੍ਹਾਂ ਹੁੰਦੀ ਆ ਜਿਵੇਂ 1 ਤੇ 1 11 ਹੁੰਦੇ ਆ। ਪਰ ਜਿਹੜੀ ਸੰਸਾਰੀ ਮਿੱਤਰਤਾ ਹੁੰਦੀ ਹੈ, ਜਿਹੜੀ ਸਰੀਰਾਂ ਕਰਕੇ ਇੱਕ ਦੂਸਰੇ ਨਾਲ ਬੈਠਣਾ ਹੁੰਦਾ ਹੈ, ਇਹ ਭਾਵੇਂ 1 ਨਹੀਂ ਹਜ਼ਾਰਾਂ ਹੀ ਮਿੱਤਰ ਹੋਣ, ਪਰ ਜਦ ਔਖਾ ਸਮਾਂ ਆਉਂਦਾ ਹੈਗਾ, ਫਿਰ ਉਸ ਟਾਈਮ ਇਹਨਾਂ ਮਿੱਤਰਾਂ ਦੇ ਵਿੱਚੋਂ ਕੋਈ ਵੀ ਮਿੱਤਰ ਜਿਹੜਾ ਹੈ ਨਾ, ਇੱਕ ਦੂਸਰੇ ਦੇ ਨਾਲ ਖੜਾ ਹੋਣਾ ਜਿਹੜਾ ਹੈ ਨਾ, ਬੜਾ ਔਖਾ ਹੋ ਜਾਂਦਾ ਹੈਗਾ। ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਸ ਚੀਜ਼ ਦਾ ਜਿਹੜਾ ਹੈ ਉਹ ਖੁਲਾਸਾ ਕੀਤਾ ਹੈਗਾ ਕਿ ਸਰੀਰਕ ਦੂਰੀ ਜਿਹੜੀ ਹੈ ਉਹ ਸਭ ਤੋਂ ਅਤਿ ਜ਼ਰੂਰੀ ਹੈ। ਕਿਉਂਕਿ ਅਗਰ ਸਰੀਰ ਕਰਕੇ ਅਸੀਂ ਦੂਰ ਹੋਈਏ, ਪਰ ਮਨ ਕਰਕੇ, ਆਤਮਾ ਕਰਕੇ, ਪਿਆਰ ਕਰਕੇ ਅਸੀਂ ਗੁਰੂ ਦੇ ਨਜ਼ਦੀਕ ਹੋਈਏ, ਤਾਂ ਹੀ ਸਾਨੂੰ ਗੁਰੂ ਦੀਆਂ ਜਿਹੜੀਆਂ ਹਨ ਬਖਸ਼ਿਸ਼ਾਂ ਹੈਗੀਆਂ ਉਹ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਂਦੀਆਂ। ਇਸੇ ਕਰਕੇ ਦੇਖੋ, ਅਸੀਂ ਭਾਈ ਗੁਰਦਾਸ ਜੀ ਦੀ ਜੋ ਕਵਿਤ ਬਾਣੀ ਹੈ ਨਾ, ਉਹਦੇ ਵਿੱਚ ਇਸ ਚੀਜ਼ ਦੇ ਬੜੇ ਸੁੰਦਰ ਖੁਲਾਸੇ ਕੀਤੇ ਗਏ ਹੈ। ਇਹਨਾਂ ਖੁਲਾਸਿਆਂ ਵਿੱਚ ਭਾਈ ਸਾਹਿਬ ਹੁਣਾਂ ਨੇ ਇਸ ਚੀਜ਼ ਦਾ ਵਰਣਨ ਬੜੇ ਸਖੈਣ ਢੰਗ ਨਾਲ ਕੀਤਾ ਹੈਗਾ ਕਿ ਇਹ ਜਿਹੜੀ ਦੂਰੀ ਹੈ ਨਾ, ਸਰੀਰਕ ਦੂਰੀ, ਆਪਸ ਵਿੱਚ ਬੜਾ ਪਿਆਰ, ਬੜਾ ਸੁੱਖ ਅਤੇ ਬੜਾ ਆਨੰਦਮਈ ਜੀਵਨ ਬਣਾਉਂਦੀ ਹੈ। ਜਦ ਕਿ ਸਰੀਰਾਂ ਦੀ ਜਿਹੜੀ ਨੇੜਤਾ ਹੈਗੀ ਹੈ ਨਾ, ਉਹ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਹੁੰਦੀ ਹੈਗੀ ਆ ਜਿਵੇਂ ਬਾਂਸ ਦੇ ਨਾਲ ਜਦ ਬਾਂਸ ਖਿੰਦਾ ਹੈਗਾ ਤਾਂ ਪੂਰੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਇਸੇ ਕਰਕੇ ਭਾਈ ਸਾਹਿਬ ਹੁਣਾਂ ਨੇ ਬੜਾ ਸੁੰਦਰ ਜਿਹੜਾ ਹੈ ਨਾ ਇਸ ਚੀਜ਼ ਦਾ ਖੁਲਾਸਾ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਇਹ ਚੀਜ਼ ਦਾ ਵਰਣਨ ਕੀਤਾ ਹੈ ਕਿ ਜੈਸੇ ਦੀਪ ਜੋਤ ਲਿਬ ਲਾਗੇ ਚਲੇ ਜਾਤ, ਸੁੱਕ ਗਏ ਕਰ ਦੁਚਿਤ ਹੈ ਭਟਕਾ ਸੇ ਭੇਟ ਹੈ। ਕਹਿੰਦੇ ਆ ਕਿ ਜਿਵੇਂ ਇੱਕ ਜੋ ਰੋਸ਼ਨੀ ਵਾਲੀ ਲੈਂਪ ਹੁੰਦੀ ਹੈਗੀ ਆ, ਅਗਰ ਉਹ ਜਿਹੜੀ ਰੋਸ਼ਨੀ ਵਾਲੀ ਜੋਤ ਹੈ, ਲੈਂਪ ਹੈਗਾ, ਜੋ ਦੀਵਾ ਰੋਸ਼ਨੀ ਵਾਲਾ ਹੈਗਾ, ਅਗਰ ਅਸੀਂ ਹੱਥ ਵਿੱਚ ਫੜ ਕੇ ਤੁਰਦੇ ਹਾਂ ਅਤੇ ਉਹ ਦੀਵਾ ਜਿਹੜਾ ਹੈ ਰੋਸ਼ਨੀ ਵਾਲਾ, ਉਹ ਸਾਨੂੰ ਉਹ ਰਸਤਾ ਜਿਹੜਾ ਹੈ ਨਾ ਸਾਫ਼ ਦਿਖਾਈ ਜਿਹੜਾ ਹੈਗਾ ਉਸ ਕਰਾਉਣ ਦੇ ਵਿੱਚ ਬੜੀ ਸਹਾਇਤਾ ਕਰਦਾ ਹੈਗਾ। ਹੱਥ ਦੇ ਵਿੱਚ ਫੜੀ ਹੋਈ ਲਾਲਟਨ ਜਿਹੜੀ ਹੈ ਤੁਰਦੇ ਜਾਂਦੇ ਰਾਹੀ ਨੂੰ ਰਸਤਾ ਬੜਾ ਸਾਫ਼ ਦਿਖਾਉਂਦੀ ਹੈਗੀ ਆ। ਪਰ ਅਗਰ ਉਹੀ ਰਾਹੀ ਜਿਹੜੀ ਹੱਥ ਦੇ ਵਿੱਚ ਫੜੀ ਲਾਲਟਨ ਹੈਗੀ ਆ, ਉਸ ਨੂੰ ਆਪਣੀਆਂ ਅੱਖਾਂ ਦੇ ਨਜ਼ਦੀਕ ਕਰੇਗਾ, ਤਾਂ ਫਿਰ ਉਹਦੇ ਪੱਲੇ ਕੇਵਲ ਤਾਂ ਕੇਵਲ ਭਟਕਣਾ ਹੀ ਪੈਂਦੀ ਹੈ। ਕਿਉਂਕਿ ਇਹ ਜਿਹੜੀ ਲਾਲਟਨ ਜਦ ਅੱਖਾਂ ਦੇ ਨਜ਼ਦੀਕ ਕਰੇਗਾ ਤਾਂ ਉਹਨੂੰ ਉਹ ਰਸਤਾ ਜਿਹੜਾ ਹੈ ਨਾ ਉਸ ਤਰ੍ਹਾਂ ਦਿਖਾਈ ਨਹੀਂ ਦੇਵੇਗਾ ਜਿਵੇਂ ਉਹ ਲਾਲਟਨ ਹੱਥ ਦੇ ਵਿੱਚ ਦੂਰ ਫੜ ਕੇ ਰਸਤਾ ਜਿਹੜਾ ਹੈਗਾ ਉਹ ਬੜਾ ਸੁੰਦਰ ਤਰੀਕੇ ਨਾਲ ਦੇਖ ਕੇ ਚੱਲਦਾ ਹੈਗਾ। ਸੋ ਇਹ ਪਹਿਲਾ ਪ੍ਰਮਾਣ ਹੈ ਨਾ ਭਾਈ ਸਾਹਿਬ ਹੁਣਾਂ ਨੇ ਇਸ ਲਾਲਟਨ ਦਾ ਦਿੱਤਾ ਹੈਗਾ ਕਿ ਕਿਵੇਂ ਲਾਲਟਨ ਨੂੰ ਜੋ ਰਾਹਗੀਰੀ ਹੈ ਉਹ ਆਪਣੀ ਨਜ਼ਰ ਤੋਂ ਦੂਰ ਰੱਖ ਕੇ ਬੜੇ ਸੁਖੈਨ ਮਾਰਗ ਦੇ ਨਾਲ ਰਸਤੇ 'ਤੇ ਚੱਲਦਾ ਹੈਗਾ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਆ ਹਨ, ਉਹ ਜਦੋਂ ਵੀ ਕਿਸੇ ਮਹਾਤਮਾ ਤੋਂ ਗਿਆਨ ਪੈਦਾ ਕਰਦੇ ਹੈਗੇ ਤਾਂ ਮਹਾਤਮਾ ਤੋਂ ਆਪਣੀ ਸਰੀਰਕ ਦੂਰੀ ਬਣਾ ਕੇ ਉਹ ਗਿਆਨ ਜਿਵੇਂ ਜਿਵੇਂ ਹਾਸਲ ਕਰਨਗੇ, ਉਸ ਗਿਆਨ ਦੇ ਨਾਲ ਜ਼ਿਆਦਾ ਪ੍ਰੇਮ ਅਤੇ ਪਰਸਪਰ ਪਿਆਰ ਵਧੇਗਾ। ਲੇਕਿਨ ਜਿਵੇਂ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਜਦੋਂ ਕੋਈ ਮਹਾਤਮਾ ਦੇ ਕੋਲ
ਕਈ ਜਿਹੜੇ ਹਨ ਉਹ ਇਨਸਾਨ ਹੁੰਦੇ ਆ ਜਾਂ ਸੇਵਾਦਾਰ ਹੁੰਦੇ ਆ, ਕੋਲ ਬਣ ਕੇ ਬੈਠਣਗੇ ਤੇ ਇਹ ਸ਼ੋਅ ਕਰਨਗੇ ਕਿ ਮੇਰੀ ਮਹਾਤਮਾ ਦੇ ਨਾਲ ਜ਼ਿਆਦਾ ਸਾਂਝ ਹੈਗੀ ਆ। ਇਹ ਜਿਹੜੀ ਸਰੀਰਕ ਸਾਂਝ ਆ ਨਾ, ਅਸਲ ਦੇ ਵਿੱਚ ਇਹ ਕਿਸੇ ਸਵਾਰਥ ਤੋਂ ਸਿੱਧ ਹੁੰਦੀ ਹੈ, ਨਾ ਕਿ ਕਿਸੇ ਪ੍ਰੇਮ ਤੋਂ, ਨਾ ਕਿਸੇ ਜਿਹੜੀ ਹੈ ਨਾ ਗੁਰ ਸ਼ਬਦ ਵਿਚਾਰ ਤੋਂ ਉਤਪੰਨ ਹੁੰਦੀ ਹੈ। ਸੋ ਇੱਥੇ ਸਰੀਰਕ ਸਾਂਝ ਕਿਸੇ ਮਹਾਤਮਾ ਨਾਲ ਕਰਨੀ ਜਿਹੜੀ ਹੈ ਨਾ ਉਹ ਦੁਖਦਾਈ ਹੁੰਦੀ ਹੈ। ਉਹਦਾ ਜਿਹੜਾ ਰਿਜ਼ਲਟ ਵਾ ਨਾ ਉਹ ਕੇਵਲ ਤੇ ਕੇਵਲ ਭਟਕਣਾ ਹੀ ਹੈ, ਸਵਾਰਥ ਹੈ, ਲੋਭ ਹੈ, ਜਾਂ ਕਿਸੇ ਕਾਮ ਦੀ ਜਿਹੜੀ ਹੈ ਨਾ ਗਰਜ ਬਣੀ ਰਹਿੰਦੀ ਉਹਦੇ ਵਿੱਚ। ਸੋ ਦੂਸਰਾ ਪ੍ਰਮਾਣ ਭਾਈ ਸਾਹਿਬ ਹੁਣਾਂ ਨੇ ਨਾ ਬੜਾ ਸੁੰਦਰ ਦਿੱਤਾ ਹੈਗਾ। ਉਹਦੇ ਵਿੱਚ ਉਹ ਲਿਖਦੇ ਆ ਕਿ ਜੈਸੇ ਦੈ ਕੂਲ ਬੈਠ ਮੁਕਤਾ ਚੁਨਤ ਹੰਸ ਪੈਤ ਨਾ ਪਾਵੇ ਪਾਰ ਲਹਿਰ ਲਪੇਟ ਹੈ। ਕਹਿੰਦੇ ਜਿਸ ਤਰ੍ਹਾਂ ਇੱਕ ਹੰਸ ਜਿਹੜਾ ਹੈ ਨਾ ਜਦੋਂ ਸੁੱਚੇ ਮੋਤੀ ਮਾਨ ਸਰੋਵਰ ਦੇ ਉੱਤੇ ਚੁਗਦਾ ਹੈਗਾ, ਉਹਦਾ ਚੁਗਣ ਦਾ ਇੱਕੋ ਇੱਕ ਤਰੀਕਾ ਹੈਗਾ ਕਿ ਉਹ ਮਾਨ ਸਰੋਵਰ ਦੇ ਕੰਢਿਆਂ 'ਤੇ ਬੈਠ ਕੇ ਇੱਕ ਜਗ੍ਹਾ ਸੁੱਚੇ ਮੋਤੀ ਚੁਗਦਾ ਹੈਗਾ। ਪਰ ਜਿਹੜਾ ਜੋ ਸਮੁੰਦਰ ਦਾ ਪਾਣੀ ਮਾਨ ਸਰੋਵਰ ਦੇ ਨਾਲ ਛੱਲਾਂ ਦੇ ਰੂਪ ਦੇ ਵਿੱਚ ਚੱਲ ਰਿਹਾ ਹੈਗਾ, ਉਸ ਪਾਣੀ ਦੇ ਵਿੱਚ ਹੰਸ ਜਿਹੜਾ ਹੈ ਨਾ ਕਦੀ ਜਾ ਕੇ ਉਹ ਸੁੱਚਾ ਮੋਤੀ ਨਹੀਂ ਚੁਗਦਾ। ਕਿਉਂ? ਅਗਰ ਉਹ ਲਹਿਰ ਦੇ ਉੱਤੇ ਜਾ ਕੇ ਜਾਂ ਪਾਣੀ ਵਿੱਚ ਵੜ ਕੇ ਸੁੱਚਾ ਮੋਤੀ ਚੁਗੇਗਾ ਤਾਂ ਫਿਰ ਉਹ ਜਿਹੜੀਆਂ ਪਾਣੀ ਦੀਆਂ ਲਹਿਰਾਂ ਹੁੰਦੀਆਂ ਹਨ ਉਹਦੇ ਵਿੱਚ ਹੰਸ ਦੇ ਜੀਵਨ ਨੂੰ ਖਤਰਾ ਬਣਿਆ ਰਹਿੰਦਾ ਹੈ ਕਿ ਪਾਣੀ ਦੀਆਂ ਲਹਿਰਾਂ ਹੰਸ ਨੂੰ ਆਪਣੀ ਲਪੇਟ ਵਿੱਚ ਲੈ ਕੇ ਕਿਤੇ ਸਮੁੰਦਰ ਵਿੱਚ ਡੋਬ ਨਾ ਦੇਣ। ਇਸ ਕਰਕੇ ਹੰਸ ਦੇ ਅੰਦਰ ਵੀ ਇਹ ਸੋਝੀ ਹੈ ਕਿ ਜਦ ਵੀ ਉਹ ਸੁੱਚਾ ਮੋਤੀ ਚੁਗਦਾ ਹੈਗਾ ਤਾਂ ਉਹ ਮਾਨ ਸਰੋਵਰ ਦਾ ਜਿਹੜਾ ਹੈ ਨਾ ਕੰਢਾ ਹੁੰਦਾ ਹੈਗਾ, ਉਸ ਕੰਢੇ 'ਤੇ ਬੈਠ ਕੇ ਹੀ ਸੁੱਚੇ ਮੋਤੀ ਉਹ ਚੁਗਦਾ ਹੈਗਾ, ਨਾ ਕਿ ਉਹ ਉਸ ਪਾਣੀ ਦੇ ਵਿੱਚ ਵੜ ਕੇ ਆਪਣੇ ਜੀਵਨ ਦੀ ਜਿਹੜੀ ਖੁਰਾਕ ਹੈਗੀ ਆ ਉਸ ਨੂੰ ਪੂਰਾ ਕਰਦਾ ਹੈਗਾ। ਅਗਰ ਉਹ ਇਹ ਜਿਹੜਾ ਹੈ ਪਾਣੀ 'ਚ ਵੜ ਕੇ ਆਪਣੇ ਜੀਵਨ ਦੀ ਖੁਰਾਕ ਨੂੰ ਪੂਰਾ ਕਰੇਗਾ ਤਾਂ ਫਿਰ ਇਹ ਜਿਹੜੀ ਚੀਜ਼ ਹੈਗੀ ਆ ਉਹਦੇ ਜੀਵਨ ਦੇ ਵਾਸਤੇ ਹਮੇਸ਼ਾ ਖਤਰਾ ਬਣੀ ਰਹੇਗੀ। ਸੋ ਤੀਸਰਾ ਪ੍ਰਮਾਣ ਜਿਹੜਾ ਹੈ ਨਾ ਭਾਈ ਸਾਹਿਬ ਹੁਣਾਂ ਨੇ ਬੜਾ ਇਹ ਵੀ ਸੁੰਦਰ ਦਿੱਤਾ ਹੈਗਾ ਕਿ ਜੈਸੇ ਨਰਿਖ ਅਗਨ ਕੇ ਮਧਿਆ ਪਾਪ ਸਿੱਧ ਹੋਤ ਨਿਕਟ ਬਿਕਟ ਦੁੱਖ ਸਹਿਸਾ ਨਾ ਮੇਟ ਹੈ। ਕਹਿੰਦੇ ਦੇਖੋ ਇੱਕ ਜਿਵੇਂ ਅਗਨੀ ਹੈਗੀ ਆ, ਅਗਰ ਅਸੀਂ ਅਗਨੀ ਤੋਂ ਦੂਰੀ ਬਣਾ ਕੇ ਰੱਖਾਂਗੇ, ਜਦ ਅਸੀਂ ਅਗਨੀ ਤੋਂ ਦੂਰੀ ਬਣਾ ਕੇ ਰੱਖਾਂਗੇ ਤਾਂ ਅੱਗ ਤੋਂ ਜਿਹੜਾ ਲਾਭ ਮਿਲਦਾ ਹੈ ਨਾ ਨਿੱਘ ਦਾ, ਜਾਂ ਸਾਨੂੰ ਪਾੜੇ ਤੋਂ ਸਰਦੀ ਤੋਂ ਅੱਗ ਜਿਹੜੀ ਉਹ ਨਿੱਘ ਦਿੰਦੀ ਹੈਗੀ ਆ, ਗਰਮੀ ਦਿੰਦੀ ਹੈ, ਊਰਜਾ ਤਪਸ਼ ਦਿੰਦੀ ਹੈਗੀ ਆ, ਉਹ ਤਪਸ਼ ਜਿਹੜੀ ਹੈ ਨਾ ਅਸੀਂ ਸਹਿਜ ਦੇ ਵਿੱਚ ਉਸ ਅਗਨੀ ਤੋਂ ਪ੍ਰਾਪਤ ਕਰ ਸਕਦੇ ਹਾਂ। ਅਗਨੀ ਦੀ ਤਪਸ਼ ਤੋਂ ਠੰਡ ਤੇ ਬਚਣ ਵਾਸਤੇ ਬੜਾ ਆਨੰਦਦਾਇਕ ਸੁੱਖ ਹਾਸਲ ਕਰ ਸਕਦੇ ਹਾਂ। ਪਰ ਅਸੀਂ ਅਗਰ ਇਹ ਜਿਹੜੀ ਅਗਨੀ ਹੈਗੀ ਇਸ ਅਗਨੀ ਦੇ ਕੋਲ ਬੈਠ ਜਾਈਏ, ਕੋਲ ਬੈਠ ਕੇ ਇਹ ਤਪਸ਼ ਲੈਣੀ ਚਾਹੀਏ, ਠੰਡ ਦੂਰ ਕਰਨੀ ਚਾਹੀਏ, ਤਾਂ ਫਿਰ ਆਪ ਸਾਰੀਆਂ ਸੰਗਤਾਂ ਜਾਣਦੀਆਂ ਵੀ ਕਿਵੇਂ ਕੋਲ ਬੈਠਾ ਵਿਅਕਤੀ ਜਿਹੜਾ ਹੈ ਨਾ ਉਹ ਅਗਨੀ ਦੀ ਲਪੇਟ ਦੇ ਵਿੱਚ ਆ ਸਕਦਾ ਹੈਗਾ ਅਤੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਤੇ ਇਹ ਜਿਹੜੀ ਸਾਰਾ ਲਾਭ ਹੈਗਾ ਇਹ ਤੋਂ ਅਵੇਸਲਾ ਜਿਹੜਾ ਹੈਗਾ ਉਹ ਰਹਿ ਜਾਏਗਾ ਅਤੇ ਆਪਣੇ ਜੀਵਨ ਨੂੰ ਖਤਰੇ ਵਿੱਚ ਪਾ ਕੇ ਜਿੱਥੇ ਉਹ ਅਗਨੀ ਦੇ ਲਾਭਾਂ ਤੋਂ ਜਿਹੜਾ ਹੈਗਾ ਉਹ ਵੇਸਲਾ ਰਹਿ ਜਾਏਗਾ, ਉੱਥੇ ਉਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਸੋ 3 ਪ੍ਰਮਾਣ ਭਾਈ ਸਾਹਿਬ ਹੁਣਾਂ ਨੇ ਬੜੇ ਸੁੰਦਰ ਦਿੱਤੇ ਆ। ਇਹ ਦੇ ਕੇ ਅਖੀਰ 'ਤੇ ਭਾਈ ਸਾਹਿਬ ਹੁਣਾਂ ਨੇ ਕਿਹਾ ਹੈ ਕਿ ਤੈਸੇ ਗੁਰ ਸ਼ਬਦ ਸਨੇਹ ਕੇ ਪਰਮ ਪਦ ਮੂਰਤ ਸਮੀਪ ਸਿੰਘ ਸਾਪ ਕੀ ਅਖੇਟ ਹੈ। ਤੈਸੇ ਗੁਰ ਸ਼ਬਦ ਸਨੇਹ ਕੇ ਪਰਮ ਪਦ, ਕਹਿੰਦੇ ਇਸ ਤਰ੍ਹਾਂ ਜਿਹੜਾ ਗੁਰਸਿੱਖ ਦਾ ਜਾਂ ਆਪਣੇ ਗੁਰੂ ਦੇ ਨਾਲ ਜਿਹੜਾ ਸਨੇਹ ਹੈ ਨਾ ਉਹ ਕੇਵਲ ਤੇ ਕੇਵਲ ਸ਼ਬਦ ਸਨੇਹ ਹੁੰਦਾ ਹੈ, ਨਾ ਕਿ ਸਰੀਰਕ ਸਨੇਹ ਹੁੰਦਾ ਹੈਗਾ। ਇਹ ਜਿਹੜਾ ਸ਼ਬਦ ਦਾ ਸਨੇਹ ਹੈ ਨਾ, ਸ਼ਬਦ ਦੀ ਵਿਚਾਰ ਜੋ ਉਹ ਮਹਾਤਮਾ ਕਹਿੰਦੇ ਹੈ, ਉਸ ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਕੇ ਜਿਹੜੇ ਗੁਰਸਿੱਖ ਹੈਗੇ ਆ ਉਹ ਆਪਣੀ ਗੁਰੂ ਦੀ ਖੁਸ਼ੀ ਨੂੰ ਬੜੇ ਸਹਿਜ ਦੇ ਵਿੱਚ ਪ੍ਰਾਪਤ ਕਰ ਲੈਂਦੇ ਆ। ਪਰ ਅਗਰ ਉਹ ਆਪਣੇ ਮਹਾਤਮਾ ਨੂੰ ਕੇਵਲ ਤੇ ਕੇਵਲ ਸਰੀਰਕ ਨਜ਼ਦੀਕੀ ਰੱਖਣ ਅਤੇ ਗੁਰੂ ਸ਼ਬਦ ਤੋਂ ਦੂਰ ਰਹਿਣ, ਫਿਰ ਇਹ ਜਿਹੜੀ ਸਰੀਰਕ ਨਜ਼ਦੀਕੀ ਆ ਨਾ ਕਿਸੇ ਜਿਹੜਾ ਹੈਗਾ ਉਹ ਗੁਰਸਿੱਖ ਦੀ ਜਾਂ ਕਿਸੇ ਉਸ ਗੁਰਸਿੱਖ ਤੋਂ ਤਾਲੀਮ ਲੈਣ ਵਾਲੇ ਉਹਦੇ ਸ਼ਿਸ਼ ਦੀ ਜਿਹੜੀ ਹੈ ਉਹਦੇ ਵਾਸਤੇ ਇਸ ਤਰ੍ਹਾਂ ਖਤਰਾ ਪੈਦਾ ਹੋ ਜਾਊਗੀ ਜਿਵੇਂ ਕੋਈ ਸੱਜਣ ਜਿਹੜਾ ਹੈ ਨਾ ਅਗਰ ਉਹ ਸੱਪ ਦੇ ਨਜ਼ਦੀਕ ਚਲਾ ਜਾਵੇ ਤਾਂ ਉਹਦੀ ਜ਼ਿੰਦਗੀ ਖਤਰੇ ਦੇ ਵਿੱਚ ਹਮੇਸ਼ਾ ਜਿਹੜੀ ਰਹੇਗੀ, ਕਿਉਂਕਿ ਉਹ ਸੱਪ ਕਦੀ ਵੀ ਉਸ ਵਿਅਕਤੀ ਦੇ ਉੱਤੇ ਡੰਗ ਮਾਰ ਸਕਦਾ, ਉੱਤੇ ਹਮਲਾ ਕਰ ਸਕਦਾ ਹੈਗਾ, ਉਹਨੂੰ ਮੌਤ ਦੇ ਘਾਟ ਦੇ ਵਿੱਚ ਜਿਹੜਾ ਹੈਗਾ ਉਹ ਬਦਲ ਸਕਦਾ ਹੈਗਾ। ਪਰ ਅਗਰ ਉਹ ਸੱਪ ਤੋਂ ਦੂਰ ਰਹੇਗਾ ਤਾਂ ਇਹ ਜਿਹੜਾ ਸੱਪ ਦਾ ਫਰਾਟਾ ਹੈ ਜਾਂ ਸੱਪ ਦਾ ਡੰਗ ਹੈ ਇਸ ਤੋਂ ਬਚਿਆ ਰਹੇਗਾ।
ਇਸੇ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਗੁਰਸਿੱਖ ਮਹਾਤਮਾ ਤੋਂ ਆਪਣੀ ਦੂਰੀ ਬਣਾ ਕੇ ਕੇਵਲ ਤੇ ਕੇਵਲ ਗੁਰ ਸ਼ਬਦ ਦੇ ਸਨੇਹ ਦੇ ਵਿੱਚ ਲੀਨ ਰਹਿੰਦੇ ਆ, ਅਸਲ ਦੇ ਵਿੱਚ ਉਹ ਜਿਹੜੇ ਗੁਰਸਿੱਖ ਹੈਗੇ ਆ ਉਹ ਸਦੀਵੀ ਸੁੱਖ ਪ੍ਰਾਪਤ ਕਰਦੇ ਆ, ਪਰਮ ਪਦ ਪ੍ਰਾਪਤ ਕਰਦੇ ਆ, ਪਰਮ ਸੁੱਖ, ਪਰਮ ਆਨੰਦ, ਪਰਮ ਖੇੜਾ ਤੇ ਪਰਮ ਰਸ ਦੀ ਪ੍ਰਾਪਤੀ ਉਹਨਾਂ ਨੂੰ ਫਿਰ ਸਹਿਜ ਦੇ ਵਿੱਚ ਹੋ ਜਾਂਦੀ ਆ। ਪਰ ਜਿਹੜੇ ਸਿੱਖ ਆਪਣੇ ਮਹਾਤਮਾ ਦੇ ਨਾਲ ਕੇਵਲ ਨਾ ਕੇਵਲ ਸਰੀਰਕ ਕਿਰਿਆ ਦੇ ਨਾਲ ਜਾਂ ਸਰੀਰਕ ਜੋੜ ਦੇ ਨਾਲ ਜ਼ਿਆਦਾ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਦੇ ਆ, ਉਹ ਫਿਰ ਜਿਹੜੇ ਸਦਾ ਹੀ ਉਹ ਧੋਖੇ ਦੇ ਵਿੱਚ ਰਹਿੰਦੇ ਆ। ਉਹਨਾਂ ਦਾ ਜੀਵਨ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਰਹਿੰਦਾ ਹੈਗਾ ਜਿਵੇਂ ਕੋਈ ਵਿਅਕਤੀ ਉਹ ਸੱਪ ਦੇ ਨਜ਼ਦੀਕ ਹਮੇਸ਼ਾ ਖਤਰੇ ਦੇ ਵਿੱਚ ਜਿਹੜਾ ਹੈਗਾ ਉਹ ਫਸਿਆ ਰਹਿੰਦਾ ਹੈਗਾ। ਇਸੇ ਤਰ੍ਹਾਂ ਭਾਈ ਸਾਹਿਬ ਹੁਣਾਂ ਨੇ ਬੜਾ ਸੁੰਦਰ ਕਰਕੇ ਲਿਖਿਆ ਹੈਗਾ ਕਿ ਇਹ ਜਿਹੜੀ ਦੂਰੀ ਆ ਨਾ ਹਰੇਕ ਗੁਰਸਿੱਖ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਤਾਂ ਜੋ ਸਿੱਖ ਜਿਹੜਾ ਹੈ ਨਾ ਉਹ ਕੇਵਲ ਤੇ ਕੇਵਲ ਆਪਣੇ ਦਿਲ ਪ੍ਰੇਮ ਤੇ ਪਿਆਰ ਦੇ ਵਿੱਚ ਮਹਾਤਮਾ ਨਾਲ ਜੁੜਿਆ ਹੋਣਾ ਚਾਹੀਦਾ ਹੈ, ਨਾਨਕ ਨਾ ਕਿ ਕਿਸੇ ਸਰੀਰ ਦੇ ਤਲ ਕਰਕੇ। ਸੋ ਇਹ ਜਿਹੜੀਆਂ ਬੇਨਤੀਆਂ ਹੈਗੀਆਂ ਇਹ ਜੋ ਗੁਰਸਿੱਖ ਦੇ ਕਾਨੂੰਨ ਦੀ ਬਾਣੀ ਦੇ ਤਹਿਤ ਦੇ ਵਿੱਚ ਇੱਕ ਨਹੀਂ ਅਨੇਕਾਂ ਸ਼ਬਦਾਂ ਰੂਪਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਹੈ, ਇਸ ਨੂੰ ਅਪਣਾਉਣ ਦੀ ਲੋੜ ਹੈਗੀ ਆ। ਅਤੇ ਜਦੋਂ ਅਸੀਂ ਇਹ ਗੁਰਮਤਿ ਦੀ ਕਾਨੂੰਨ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਾਂਗੇ ਫਿਰ ਸਾਡੇ ਅੰਦਰ ਵੀ ਪ੍ਰਸੰਨਤਾ ਬਣੀ ਰਹੂਗੀ, ਗੁਰੂ ਦੀ ਖੁਸ਼ੀ ਵੀ ਰਹੂਗੀ ਅਤੇ ਸਾਡਾ ਲੋਕ ਅਤੇ ਪਰਲੋਕ ਦੋਨੇ ਹੀ ਸੁਖੀ ਰਹਿਣਗੇ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।